सतगुरु पिता जी अगे कृपा करते, जो जन सेवे, जेड़े भगत जेड़े जन गुरमुख तानू सेवदे आ, तानू याद करते, तुहाडा सिमरन करते ने, तुहाडी सेवा च खिदमत रहिंदे आ, तिस पूरन काज। फिर उन्हां दे जीवन दे विच कोई भी उन्हां नू लोड़ थोड़ होवे, उन्हां ते बिपता आन बने, जदों वो फिर तुहाडे चरनां च रहिंदे आ, जप तप च लीन रहिंदे आ, अरदास करन, उदों वाहिगुरू जी तुसीं उन्हां दे काज सवार दिंदे हो। हुण इत्थे भी एक गल नूं आपां समझीए, भगत जिहड़े ने ਇਹ नहीं कि केवल लोड़ है तो राम राम कर लिया, लोड़ है तो अरदास कर ली, लोड़ है मंदिरां च जाके टल खड़का ले, लोड़ पूरी हुई तो आपां फिर पिठ कर ली। ये भगतां दा जीवन नहीं हुंदा, जिन्हां दी वडियाई आपां बाणी च सुणदे आ ना कि वाहिगुरू जी अपने भगतां नूं आप बचाण आंदे। क्यों बचाण आंदे? क्योंकि वो लालच वस होके बाणी नहीं पढ़दे, ਉਹ ਸਦਾ ਹੀ ਜਦੋਂ ਤੱਕ ਉਹਨਾਂ ਦਾ ਸਵਾਸ ਚੱਲਦੇ ਰਹਿੰਦੇ ਆ, ਉਹ ਦਿਨ ਰਾਤ ਇੱਥੋਂ ਤੱਕ ਆਪਣੇ ਆਪ ਨੂੰ, ਆਪਣੇ ਦੂਜੀਆਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਨੂੰ ਇੱਕ ਪਾਸੇ ਰੱਖ ਕੇ, ਪਰ ਪਰਮਾਤਮਾ ਦੀ ਬੰਦਗੀ ਦੀ ਜ਼ਿੰਮੇਵਾਰੀ ਨੂੰ ਕਦੇ ਵੀ ਉਹ ਪਿੱਛੇ ਨਹੀਂ ਕਰਦੇ। ਫਿਰ ਜਦੋਂ ਦਿਨ ਰਾਤ ਭਗਤ ਜਨ ਵਾਹਿਗੁਰੂ ਜੀ ਨੂੰ ਯਾਦ ਕਰ ਤੇ ਲੋਕ ਜਾਂ ਪ੍ਰਜਾ ਜਾਂ ਸੰਸਾਰ ਦੇ ਜਿਹੜੀ ਵੱਡੀ ਵੱਡੀ ਹਕੂਮਤ ਉਹਨਾਂ ਨੂੰ ਤੰਗ ਕਰੇ, ਤੇ ਫਿਰ ਉਹਨਾਂ ਦੀ ਰਖਵਾਲੀ ਰੱਖਿਆ, ਉਹਨਾਂ ਦੇ ਕਾਜ ਸਵਾਰਨ ਦੇ ਲਈ ਪ੍ਰਮਾਤਮਾ ਇਹ ਕਿਰਪਾ ਕਰਦਾ। ਦਾਸ ਆਪਣੇ ਕੀ ਰਾਖੋ ਲਾਜ। ਗੁਰੂ ਅਰਜਨ ਦੇ ਪਿਤਾ ਕਹਿੰਦੇ ਤੁਸੀਂ ਆਪਣੇ ਦਾਸਾਂ ਦੀ ਲਾਜ, ਇੱਜ਼ਤ, ਪੈਜ ਰੱਖ ਲੈਂਦੇ ਹੋ। ਇੱਥੇ ਇਹ ਚਾਰ ਤੁਕਾਂ ਦਾ ਇੱਕ ਪੱਦਾ ਤੁਸੀਂ ਸ਼ਰਵਣ ਕੀਤਾ। ਭੈਰੋ ਰਾਗ ਦੇ ਅੰਦਰ ਬਾਬਾ ਨਾਮਦੇਵ ਜੀ ਦਾ ਨਾ ਬਹੁਤ ਲੰਮੇਰਾ ਇੱਕ ਸ਼ਬਦ ਹੈ, ਤੇ ਉਹ ਕੱਲਾ ਸ਼ਬਦ ਨਹੀਂ, ਉਹਨਾਂ ਦੇ ਪਿੱਛੇ ਇੱਕ ਘਟਨਾ ਤੁਰੀ ਹੁੰਦੀ ਹੈ ਬਾਬਾ ਨਾਮਦੇਵ ਜੀ ਦੇ ਜੀਵਨ ਦੀ। ਬਾਬਾ ਨਾਮਦੇਵ ਜੀ ਨੂੰ ਉਸ ਸਮੇਂ ਇੱਥੇ ਬੜੀ ਵਾਰੀ ਬੇਨਤੀ ਕੀਤੀ, ਜੇ ਤੁਹਾਨੂੰ ਪੁੱਛੀਏ 15 ਭਗਤ ਨੇ ਤੇ ਉਹਨਾਂ ਵਿੱਚੋਂ ਤੁਸੀਂ ਇੱਕ ਭਗਤ ਦਾ ਜ਼ਰੂਰ ਨਾਮ ਲਓਗੇ, ਬਾਬਾ ਨਾਮਦੇਵ ਜੀ। ਜੇ ਇਹ ਪੁੱਛਿਆ ਜਾਏ ਬਾਬਾ ਨਾਮਦੇਵ ਜੀ ਦੇ ਵੇਲੇ ਕਿਹੜਾ ਹਿੰਦੁਸਤਾਨ ਦਾ ਰਾਜਾ ਸੀ, ਬਾਦਸ਼ਾਹ, ਸਾਨੂੰ ਨਹੀਂ ਪਤਾ ਹੋਣਾ। ਅਸੀਂ ਕਹਿੰਦੇ ਨਾ ਨਾਮ ਕਿਉਂ ਜਪਣਾ, ਬਾਣੀ ਕਿਉਂ ਪੜ੍ਹਨੀ, ਸਦਾਚਾਰ ਜੀਵਨ ਕਿਉਂ ਬਣਾਉਣਾ, ਇਸੇ ਕਰਕੇ ਹਕੂਮਤਾਂ ਦਾ, ਪੈਸੇ ਦੇ, ਨਸ਼ੇ ਦਾ, ਦੁਨੀਆ ਦੀ ਪ੍ਰੋਪਰਟੀ ਦਾ ਰਾਜ ਰਹਿੰਦਾ ਪਰ ਕੁਝ ਚਿਰ ਲਈ, ਪਰ ਬੰਦਗੀ ਕਰਨ ਵਾਲਿਆਂ ਦਾ ਨਾਮ ਜਦੋਂ ਤੱਕ ਸੰਸਾਰ ਰਹਿੰਦਾ ਉਨੀ ਦੇਰ ਤੱਕ ਰਹਿੰਦਾ। ਇੱਥੋਂ ਤੱਕ ਕਿ ਸੰਸਾਰ ਦੀ ਮਿਆਦ ਘਟਦੀ ਹੈ, ਸੂਰਜ ਚੰਦਰਮੇ ਦੀ ਮਿਆਦ ਘਟਦੀ ਆ, ਪਰ ਭਗਤਾਂ ਦੀ ਤਾਂ ਦਿਨੋਂ ਦਿਨ ਵੱਧਦੀ ਜਾਂਦੀ ਹੈ। ਇੱਥੇ ਤਾਂ ਸਤਿਗੁਰੂ ਪਿਤਾ ਜੀ ਕਹਿੰਦੇ ਘਾਟਾ ਕਿਸੇ ਗੱਲ ਦਾ ਨਹੀਂ, ਵੱਧਦਾ ਇੱਥੇ। ਹੁਣ ਬਾਬਾ ਨਾਮਦੇਵ ਜੀ ਦੇ ਸਮੇਂ ਜਿਹੜਾ ਹਿੰਦੁਸਤਾਨ ਦਾ ਬਾਦਸ਼ਾਹ ਹੋਇਆ, ਉਹਨੂੰ ਮੁਹੰਮਦ ਬਿਨ ਤੁਗਲਕ ਕਹਿੰਦੇ ਆ। ਤੁਗਲਕੀ ਰਾਜ ਜਿਹੜਾ ਆਮ ਕਰਕੇ ਸਾਨੂੰ ਹਿਸਟਰੀ 'ਚ ਪੜ੍ਹਾਇਆ ਜਾਂਦਾ। ਕਹਿੰਦੇ ਆ ਕਿ ਬਾਬਾ ਨਾਮਦੇਵ ਜੀ ਦੀ ਨਾ ਵੱਡੀ ਵਡਿਆਈ ਹੋਈ ਜਦੋਂ ਪਰਮਾਤਮਾ ਦੀ ਭਗਤੀ ਕਰੀਏ ਨਾ, ਆਪਾਂ ਨਿਸ਼ਟ ਕੇ ਕਰੀਏ, ਬਿਨਾਂ ਕੋਈ ਕਿਸੇ ਵਾਸਨਾ ਤੋਂ, ਲਾਲਚ ਤੋਂ ਰਹਿਤ ਹੋ ਕੇ ਕਰੀਏ, ਤੇ ਉਦੋਂ ਸੰਗਤ ਜੀ ਪਰਮਾਤਮਾ ਸ਼ੋਭਾ ਧਰਾਉਂਦਾ। ਕਹਿੰਦੇ ਆ ਬਾਬਾ ਨਾਮਦੇਵ ਜੀ ਨੇ ਪ੍ਰੇਮ ਭਗਤੀ ਆਪ ਕੀਤੀ, ਮਾਨਵਤਾ ਨੂੰ ਪ੍ਰੇਮ ਭਗਤੀ ਦੀ ਦਾਤ ਵੰਡੀ, ਹਿੰਦੂ ਮੁਸਲਮਾਨ ਨੂੰ ਸਾਂਝਾ ਉਪਦੇਸ਼ ਦੇ ਕੇ ਉਸ ਰਾਮ ਰਹੀਮ ਨਾਲ ਜੋੜਨਾ ਕੀਤਾ। ਹੁਣ ਹੋਇਆ ਕਿ ਬਾਬਾ ਨਾਮਦੇਵ ਜੀ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਬਾਬਾ ਨਾਮਦੇਵ ਜੀ ਨੂੰ ਵੀ ਕਬੀਰ ਵਾਂਗ ਮਾਰ ਮਕਾਉਣ ਦੀਆਂ ਸਾਜ਼ਿਸ਼ਾਂ ਘੜੀਆਂ ਗਈਆਂ। ਆਮ ਲੋਕਾਂ ਤੇ ਕੀ ਘੜਨੀਆਂ ਸੀ, ਈਰਖਾਲੂਆਂ ਨੇ, ਡੰਬੀਆਂ ਨੇ, ਪਖੰਡੀਆਂ ਨੇ ਜਾ ਕੇ ਰਾਜੇ ਨੂੰ ਭੜਕਾ ਦਿੱਤਾ ਕਿ ਇਹਨੂੰ ਮਾਰ ਦਿਓ, ਇਹ ਜਿਉਂਦਾ ਰਹੂਗਾ ਤੇ ਇਹਦੇ ਜਿਉਂਦੇ ਰਹਿਣ ਕਰਕੇ ਤੁਹਾਡਾ ਰਾਜ, ਤੁਹਾਡਾ ਤਖਤ ਉਹ ਵੀ ਜਿਹੜਾ ਖਤਰੇ 'ਚ ਰਹਿਣਾ। ਬਾਬਾ ਨਾਮਦੇਵ ਜੀ ਨੂੰ ਨਾ ਬਾਤ ਜਿਹੜੇ ਇਹ ਰਾਜੇ ਲੋਕ ਹੁੰਦੇ ਅਕਸਰ ਕੰਨਾਂ ਦੇ ਕੱਚੇ ਹੁੰਦੇ, ਬਹੁਤੀ ਪੁੱਛ ਪੜਤਾਲ ਨਹੀਂ ਕਰਦੇ, ਬਸ ਫਤਵਾ ਜਾਰੀ ਕਰਤਾ। ਬਾਬਾ ਨਾਮਦੇਵ ਜੀ ਦੀਆਂ ਹੱਥ ਪੈਰਾਂ ਤੇ ਬੇੜੀਆਂ ਬੰਨ ਲਓ ਤੇ ਬੰਨ ਕੇ ਇਹਨੂੰ ਹਾਥੀ ਅੱਗੇ ਸੁੱਟੋ ਤੇ ਮਰੀ ਗਊ ਇਹਦੇ ਸਾਹਮਣੇ ਰੱਖ ਦਿਓ। ਜਿਸ ਪ੍ਰਮਾਤਮਾ ਦੇ ਇਹ ਨਗਾਰੇ ਲਾਉਂਦਾ, ਜਿਸ ਪ੍ਰਮਾਤਮਾ ਦੀ ਇਹ ਗੱਲ ਕਰਦਾ ਸੀ ਤੇ ਵੇਖਿਆ ਨਹੀਂ, ਤੇ ਜੇ ਬਾਬਾ ਨਾਮਦੇਵ ਨੇ ਸੱਚੀ ਰੱਬ ਵੇਖਿਆ ਤੇ ਮਰੀ ਗਊ ਜਿਉਂਦੀ ਕਰ ਦੇ, ਆਪਾਂ ਇਹਨੂੰ ਛੱਡ ਦਿਆਂਗੇ। ਹੁਣ ਇਸ ਲੜਾਈ ਤੋਂ ਸਾਰਾ ਸਿਲਸਿਲਾ ਸ਼ੁਰੂ ਹੁੰਦਾ ਤੇ ਅੱਜ ਦਾ ਮੁੱਖ ਵਾਕ ਵੀ ਹੈ, ਕੀਤਾ ਲੋੜ ਹੈ ਸੋ ਪ੍ਰਭ ਹੋਏ। ਵੇਖੋ ਹੁਣ ਬਾਬਾ ਨਾਮਦੇਵ ਜੀ
परमात्मा की वडियाई करते, जो परमात्मा करदा उहदी रजा च राजी रहंदे। पर परमात्मा की करदा, दास अपने की राखो लाज। एक गल होर याद रखियो, दुनिया विच सानू दुख आवे, विपता आवे, कोई तंग करे, ये ना सोचियो जे मैं अरदास नहीं की तो रब ने बचाउण नहीं आउणा। उहदा फर्ज है, उन्हें आउणा ही आउणा। असीं जो उहनूं दिन रात याद करते हैं, उहनूं चेते करते हैं, उहदे अपने बने आ, फिर ये अल्फाजां की अरदास की लोड़ नहीं पैंदी। जे सानू बिन मंगिया रब इन्ना सुख दे सकता है, इन्नियां सहूलतां दे सकता है कि वह बिन मंगिया साडे दुख नहीं दूर कर सकता। पर वाह शर्त है असीं नेम च रहीए, प्रेम च रहीए। बाबा नामदेव जी दे प्रथाए हुण सुनियो, भैरो राग दा शब्द कहंदे, सुल्तान पूछे सुनबे नामा। ओ नामदेव, सुल्तान तुगलक जेड़ा बाबा नामदेव जी नूं सवाल करदा, देखू राम तुम्हारे कामा, मैं तेरे रब दे काम वेखने चाहुंदा। किहड़े काम है तेरा रब जेड़ा सवारदा। आम लोकां नूं ना संगत जी, दुनिया दे अंदर साडे जिउण दी ते भगतां दे जिउण दी वखरा एक मार्ग हुंदा। ताई ना बाणी च एक प्रमाण आंदा, भगतां तैं संसारियां जोड़ कदे ना आया। इन्हां दा कदे आपस च जोड़ नहीं बनदा। उहदा कारण की है? ਜਿਹੜੇ ਅਸੀਂ ਸੰਸਾਰੀ ਲੋਕ ਅਸੀਂ ਕਹਿੰਦੇ ਆ ਅਸੀਂ ਵੇਖਾਂਗੇ ਤੇ ਵਿਸ਼ਵਾਸ ਕਰਾਂਗੇ, ਇਦਾਂ ਨਹੀਂ ਕਰਨਾ। ਇਦਾਂ ਹੀ ਹੈ ਨਾ, ਸੰਸਾਰ ਅੰਦਰ ਕੋਈ ਆਪਾਂ 100 ਰੁਪਇਆ ਵੀ ਖਰਚਣਾ ਹੋਵੇ, ਵੇਖਾਂਗੇ, ਪੜਚੋਲਾਂਗੇ, ਸਾਨੂੰ ਪਸੰਦ ਨਾ ਆਵੇ ਤੇ ਅਸੀਂ ਛੱਡ ਦਿੰਨੇ ਆ ਵੇਖ ਕੇ ਵੀ। ਪਰ ਧਰਮ ਦਾ ਮਾਰਗ ਇਦਾਂ ਨਹੀਂ। ਧਰਮ ਦਾ ਮਾਰਗ ਇਹ ਨਹੀਂ ਕਿ ਰੱਬ ਵਿਖਾਓ ਮੈਂ ਫਿਰ ਵਿਸ਼ਵਾਸ ਕਰਾਂਗਾ। ਇੱਥੇ ਤਾਂ ਪਹਿਲਾਂ ਵਿਸ਼ਵਾਸ ਕਰ ਲੈ, ਰੱਬ ਵੀ ਤੈਨੂੰ ਫਿਰ ਵੇਖ ਜੂਗਾ। पर असी उस संसार च जिउने कि साडे लई प्रैक्टिकल सब कुछ होवे। बाबा नामदेव जी नूं तुगलक राजा कह रहा, सुनबे सुल्तान पूछे सुनबे नामा, देखो राम तुम्हारे कामा। ते अगे की बाबा नामदेव जी कहते मेरे किहड़े काम वेखने? कहते नामा सुल्ताने बादला, देखो तेरा हर बीठला। नामदेव जी नूं बड़ा दुख दे रहा कि मैं तेरे रब दे अज कम वेखने चाहुंदा, जिहड़े रब दियां तू बातां लोकां नूं सुना के उस परमात्मा दे जिहड़े नाम दे विच लीन करदा पिया। हुण बाबा नामदेव जी नूं ना एक बुझारत पाई, उहने कहण लगे, बिस्मल गऊ देव जबाए, नातर मारू गर्दन ठाए। कहते आ मरी हुई बिस्मल मुसलमानों च कहते जिहड़ी चीज़ नूं मार दिता जाता, इहनूं जिउंदी कर, नहीं तो तेरी धौण तो फड़ के तैनूं पटका के धरती ते मारांगे। वेखो सीधे शब्द बाणी दे। बाबा नामदेव जी अगे कहते आ, बादशाह ऐसी क्यों होए, बिस्मल किया ना जीवै कोई। कहते कदे इदां भी होया मरे होए जिउंदे हो जाण, भावें वो इंसान है भावें वो पशु है। फिर अगे बाबा नामदेव जी कहते, मेरा किया कछु न होए, कर है राम होए है सोए। कहते जे कुछ होना होया ना ते रब कर देगा, नामदेव करन जोगा नहीं। इन्नी गल कही ते जेड़ा ओ सुल्तान गुस्सा आ गया। करे गजिंद सिंध, करे गजिंद सुंड की चोट। ते कहते आ बाबे नामदेव दे उत्ते हाथी नूं चोटा मार मार के चाढ़िया कि नूं हाथी अपने पैरां थल्ले लिया के पीस देवे, नामा उभरे हर की ओट। पर कहते नामदेव जी नूं परमात्मा दी ओट है। नामदेव जी उस परमात्मा की बंदगी च लीन है, क्योंकि उन्होंने पता है जो जन सेवै तिस पूर्ण काज, दास अपने की राखो लाज। जदों ये लड़ाई होंदी वेखी बाबा नामदेव जी दे इन्ने दुख तसीहे झलदे वेखे, मां तो वेख्या ना गया। मां हुण दौड़ी दौड़ी आई, मां के कहंदी आ कि छोड़ राम की ना भजै खुदाए, कि तू छड्ड दे राम राम कहना, खुदा कह लै जिन्ना। इन्ने कहण च रब को अपना बादशाह खुश हुंदा है। ते बाबा नामदेव जी कहते, ना हूँ तेरा पूंगड़ा ना तू मेरी माए, फिंड परै तो हर गुण गाए। ये सच है। जिन्नियां जवानियां दा घाण सिख कौम ने कीता, किसी होर कौम ने नहीं कीता। जिन्नियां कारण की है, क्योंकि जदों सिखां दे अंदर गुरु बोलदा ना संगत जी, सिखां दे अंदर बाणी बोलदी, वो दुनिया के रिश्तियां की बहुती परवाह नहीं करते, दुनिया के रिश्तियां का मोह छड्ड दिंदे। वो फिर हुकूमतां दे नाल टक्करां लैंदे आ, वो फिर राज की गल करते आ, सच की गल करते आ। जो साडे पुरखियां ने इस हिंदुस्तान की कुर्बानियां कीतियां वो याद करवाउंदे आ। उन्हां दी भावें उन्हां नूं अपना शरीर भी वारना पवे, वो हस के वार दिंदे। कारण क्योंकि वो आम लोकां वांग नहीं,
ਇੱਕ ਬੜੀ ਪਿਆਰੀ ਗੱਲ ਹੈ ਕਿ ਫਿਰ ਮੈਂ ਵਿੱਚੋਂ ਬਾਹਰ ਨਿਕਲਾਂ, ਗੋਰਿਆਂ ਨੇ ਇੱਧਰ ਹਿੰਦੁਸਤਾਨੀਆਂ ਨੂੰ ਕਹਿ ਲਓ ਸਰਦਾਰਾਂ ਨੂੰ ਨਾ ਇੱਕ ਸਵਾਲ ਕੀਤਾ, ਕਹਿੰਦੇ ਤੁਹਾਡੇ ਬੱਚੇ ਬਾਹਰ ਆਉਂਦੇ ਚੀਕ ਚਿਹਾੜਾ ਤੁਸੀਂ ਪਾਇਆ ਹੁੰਦਾ, ਜਦੋਂ ਛੱਡਣ ਆਉਂਦੇ ਹੋ ਰੋਂਦੇ ਛੱਡਣ ਆਉਂਦੇ ਆ, ਗਾਂ ਬੱਚੇ ਵੀ ਤੁਹਾਡੇ ਰੋਂਦੇ ਜਾਂਦੇ, ਤੁਹਾਡੇ ਕੋਈ ਮਰ ਜੇ ਤਾਂ ਰੋਂਦਾ, ਧੀ ਨੂੰ ਗੱਡੀ 'ਚ ਬਿਠਾਉਣ ਲੱਗਿਆ ਡੋਲੀ 'ਚ ਤੁਸੀਂ ਰੋਂਦੇ ਹੋ। ਕਹਿੰਦੇ ਸਾਡੇ ਤੇ ਇੱਦਾਂ ਦਾ ਕੁਝ ਨਹੀਂ, ਸਾਡੇ ਕੋਈ ਮਰੇ ਤਾਂ ਨਹੀਂ ਰੋਂਦਾ, ਸਾਡੇ ਕੋਈ ਬਜ਼ੁਰਗ ਭਾਵੇਂ ਜਾ ਕੇ ਹੋ ਆਸ਼ਰਮ 'ਚ ਰਵੇ ਤਾਂ ਨਹੀਂ ਕੋਈ ਰੋਂਦਾ, ਤੁਹਾਡੇ ਨਿੱਕੀ ਨਿੱਕੀ ਗੱਲ ਤੋਂ ਰੋਂਦੇ ਆ। ਉਹ ਕਹਿੰਦੇ ਹੀ ਤੇ ਫਰਕ ਹੈ, ਸਾਨੂੰ ਵਾਹਿਗੁਰੂ ਜੀ ਨੇ ਰਿਦਾ ਦਿੱਤਾ ਹੈ, ਤੁਸੀਂ ਹਿਰਦੇ ਦੇ ਪ੍ਰੇਮ ਤੋਂ ਵਾਂਝੇ ਹੋ ਕੇ ਕੇਵਲ ਦਿਮਾਗ ਦੀ ਵਰਤੋਂ ਕਰਕੇ ਜ਼ਿੰਦਗੀ ਜਿਉਣੋ, ਅੰਦਰੋਂ ਖੁਸ਼ ਹੋ ਚੁੱਕੇ ਹੋ, ਪਰ ਪ੍ਰਮਾਤਮਾ ਨੇ ਸਾਨੂੰ ਇਹ ਰਿਦਾ ਤੇ ਰਿਦੇ 'ਚ ਪ੍ਰੇਮ ਦਿੱਤਾ ਹੈ, ਜਿਸ ਕਰਕੇ ਅਸੀਂ ਆਪਣੇ ਜਜ਼ਬਾਤਾਂ ਤੇ ਮੋਹ ਦੇ ਪਰਿਵਾਰਾਂ ਦੇ ਨਾਲ ਜੁੜੇ ਹੁੰਦੇ ਹਾਂ। ਸਤਿਗੁਰੂ ਗੁਰੂ ਪਿਤਾ ਜੀ ਇੱਥੇ ਕਹਿੰਦੇ ਮਾਂ ਦੇ ਮੋਹ ਨੇ ਬਾਬਾ ਨਾਮਦੇਵ ਜੀ ਨੂੰ ਕਿਹਾ ਕਿ ਤੁਸੀਂ ਆਓ ਕਿਰਪਾ ਕਰਕੇ ਤੇ ਉਸ ਪਰਮਾਤਮਾ ਦੀ ਜਿਹੜੀ ਬੰਦਗੀ ਨੂੰ ਰਾਮ ਦੇ ਵਿੱਚ ਛੱਡ ਕੇ ਤੇ ਖੁਦਾ ਦੇ ਵਿੱਚ ਆ ਜਾਓ। ਹੁਣ ਵੇਖੋ, ਖੁਦਾ ਕਹਿਣਾ ਵੀ ਰੱਬ ਦਾ ਹੀ ਨਾਮ ਹੈ ਤੇ ਰਾਮ ਕਹਿਣਾ ਵੀ ਰੱਬ ਦਾ ਹੀ ਨਾਮ ਹੈ, ਫਿਰ ਲੜਾਈ ਕਾਹਦੀ ਆ? ਇੱਥੇ ਲੜਾਈ ਸੰਗਤ ਜੀ ਅਣਖ ਦੀ ਸੀ। ਬਾਬਾ ਨਾਮਦੇਵ ਜੀ ਕਹਿੰਦੇ ਮੈਂ ਆਪਣੀ ਮਰਜ਼ੀ ਨਾਲ ਪ੍ਰੇਮ ਚਾਹ ਕੇ ਪਰਮਾਤਮਾ ਨੂੰ ਅੱਲਾ ਵੀ ਕਵਾਂਗਾ, ਕਰੀਮ ਵੀ ਕਵਾਂਗਾ, ਰਹੀਮ ਵੀ ਕਵਾਂਗਾ, ਤੇ ਜੇ ਮੇਰੇ ਕੋਲ ਧੱਕੇ ਨਾਲ ਕੋਈ ਖੁਦਾ ਕਢਾਵੇਗਾ ਮਰਨ ਨੂੰ ਤਿਆਰ ਆ, ਮੈਂ ਧੱਕੇ ਨਾਲ ਖੁਦਾ ਨਹੀਂ ਕਹਿਣਾ। ਇਹ ਭਗਤ ਵੀ ਕਰਦੇ ਰਹੇ ਆਪਣੇ ਸਮੇਂ 'ਚ। ਖੈਰ ਚਲੋ ਲੰਮਾ ਨਾ ਹੋਵੇ, ਕਹਿੰਦੇ ਬਾਬਾ ਨਾਮਦੇਵ ਜੀ ਜਦੋਂ ਮੰਨ ਨਹੀਂ ਰਹੇ, ਹੁਣ ਨਾ ਹਿੰਦੂ ਇਕੱਠੇ ਹੋ ਕੇ ਆਏ ਸਾਰੇ, ਕਹਿੰਦੇ ਬਾਦਸ਼ਾਹ ਸਾਡੀ ਬੇਨਤੀ ਸੁਣ। ਬਾਦਸ਼ਾਹ ਬੇਨਤੀ ਸੁਣੋ, ਨਾਮੇ ਸਰ ਪਰ ਸੋਨਾ ਲੇਵੋ। ਕਹਿੰਦੇ ਅਸੀਂ ਨਾਮੇ ਦੇ ਭਾਰ ਜਿੰਨਾ ਤੈਨੂੰ ਸੋਨਾ ਦੇ ਦਿੰਨੇ ਆ, ਪਰ ਸਾਡੇ ਨਾਮਦੇਵ ਨੂੰ ਛੱਡ ਦੇ। ਅੱਗੋਂ ਬਾਦਸ਼ਾਹ ਕਹਿਣ ਲੱਗਾ ਕਿ ਮੈਂ ਜੇ ਤੁਹਾਡੇ ਕੋਲੋਂ ਪੈਸਾ ਲੈਣਾ ਤੇ ਮੈਂ ਦੋਜਕ 'ਚ ਜਾਵਾਂਗਾ, ਕਿਉਂਕਿ ਦੀਨ ਛੋੜ ਦੁਨੀਆ ਕੋ ਭਰੋਂ, ਮੈਂ ਆਪਣਾ ਧਰਮ ਛੱਡ ਕੇ ਮਜ਼ਹਬ ਛੱਡ ਕੇ ਤੇ ਪੈਸੇ ਖਾਤਰ ਲੋਕਾਂ ਦੀਆਂ ਜਾਨਾਂ ਬਖਸ਼ਾਂ। ਇਸ ਗੱਲੋਂ ਮੁਸਲਮਾਨ ਬੜੇ ਕੱਟੜ ਹੁੰਦੇ ਆ। ਹੁਣ ਬਾਬਾ ਨਾਮਦੇਵ ਜੀ ਇਸੇ ਉਧਰ ਹਿੰਦੂ ਲੋਕ ਇਹ ਬੇਨਤੀਆਂ ਕਰਦੇ ਆ, ਤੇ ਜਿਹੜਾ ਸੁਲਤਾਨ ਕਹਿ ਰਿਹਾ ਕਿ ਜਿਹੜਾ ਕਾਜੀ ਮੁੱਲਾ ਕਰੇ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ। ਬਾਦਸ਼ਾਹ ਤੁਗਲਕ ਕਹਿੰਦਾ ਮੈਨੂੰ ਕਾਜੀ ਮੁੱਲਾ ਸਲਾਮ ਕਰਦੇ ਤੇ ਇਕੱਲਾ ਹੀ ਨਹੀਂ ਕਾਬੂ ਆਂਦੇ ਨੇ, ਤੇ ਮੇਰਾ ਮਾਣ ਹੀ ਚੂਰ ਕਰਤਾ ਤੇ ਸਲਾਮ ਹੀ ਨਹੀਂ ਕਰਦਾ। ਬਾਬਾ ਫਤਿਹ ਸਿੰਘ ਨੇ ਸਲਾਮ ਨਹੀਂ ਕੀਤੀ, ਬਾਬਾ ਜੋਰਾਵਰ ਸਿੰਘ ਨੇ ਸਲਾਮ ਨਹੀਂ ਕੀਤੀ। ਕਿਉਂ? ਉਹਨਾਂ ਨੇ ਜੁੱਤੀ ਦੀ ਨੋਕ ਤੇ ਵਜੀਦੇ ਦੀ ਕਚਹਿਰੀ ਨੂੰ ਲਲਕਾਰਤਾ ਸੀ, ਕਿਉਂਕਿ ਜਿਨ੍ਹਾਂ ਅੰਦਰ ਸੱਚ ਹੁੰਦਾ ਉਹ ਦੁਨੀਆ ਦੇ ਰਾਜਾਂ ਦੀਆਂ ਮੁਹਤਾਜੀਆਂ ਨਹੀਂ ਕਰਦੇ। ਭਾਵੇਂ ਉਹ ਬਾਬਾ ਨਾਮਦੇਵ ਹੋਵੇ, ਬਾਬਾ ਫਤਿਹ ਸਿੰਘ ਹੋਵੇ, ਭਾਵੇਂ ਆਉਣ ਵਾਲੀ ਦੁਨੀਆ 'ਚ ਕੋਈ ਹੋਵੇ, ਸੱਚ ਦਾ ਨਾ ਕੱਪੜਾ ਚੇਂਜ ਹੋ ਸਕਦਾ, ਪਰ ਸੱਚ ਸੱਚ ਹੀ ਰਹਿੰਦਾ। ਗੁਰੂ ਪਿਤਾ ਜੀ ਤਾਂ ਕਹਿੰਦੇ ਸੱਚ ਪੁਰਾਣਾ ਹੋਵੇ ਨਹੀਂ ਸੀਤਾ ਕਦੇ ਨਾ ਪਾਟੈ। ਸੱਚ ਕਬੀਰ ਵਾਲੀ ਵੀ ਹੋਈ ਆ, ਨਾਮਦੇਵ ਵਾਲੀ ਵੀ ਹੋਈ ਆ, ਪ੍ਰਹਿਲਾਦ ਵਾਰੀ ਵੀ ਹੋਈ ਆ, ਤੇ ਬਾਬਾ ਫਤਿਹ ਜੋਰਾਵਰ ਵਾਰੀ ਵੀ ਹੋਈ ਆ, ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਹੋਈ ਰਹਿਣਾ। ਸੱਚ ਕਦੇ ਪੁਰਾਣਾ ਨਹੀਂ ਹੁੰਦਾ ਸੰਗਤ ਜੀ। ਬਾਬਾ ਨਾਮਦੇਵ ਜੀ ਹੁਣ ਉੱਥੇ ਕਹਿੰਦੇ ਕਿ ਉਹਨਾਂ ਦੀਆਂ ਨਾ ਦੋਨੇ ਹੱਥਾਂ ਨੂੰ ਬੇੜੀਆਂ ਪਈਆਂ, ਪੈਰਾਂ ਨੂੰ ਬੇੜੀਆਂ ਪਈਆਂ, ਤੇ ਪਾਵੋ ਬੇੜੀ। ਤੇ ਅੱਗੇ ਲਿਖਦੇ ਆ ਬਾਬਾ ਨਾਮਦੇਵ ਹੱਥੋਂ ਤਾਲ, ਕਹਿੰਦੇ ਪੈਰਾਂ ਤੇ ਬੇੜੀਆਂ ਨੇ ਤੇ ਹੱਥਾਂ ਨਾਲ ਤਾਲ ਵਜਾਈ ਜਾਂਦੇ ਆ, ਤੇ ਤਾਲ ਵਜਾ ਕੇ ਕਰਦੇ ਕਿ ਨਾਮਾ ਗਾਵੇ ਗੁਣ ਗੋਪਾਲ। ਬਾਬਾ ਨਾਮਦੇਵ ਜੀ ਰੱਬ ਰੱਬ ਕਰਦਾ, ਕਹਿੰਦਾ ਮਾਰਨਾ ਮਾਰ ਦਿਓ, ਜਿਉਂਦਾ ਛੱਡਣਾ ਜਿਉਂਦਾ ਛੱਡ ਦਿਓ। ਹੁਣ ਸਾਤ ਘੜੀ ਜਬ ਬੀਤੀ ਸੁਣੀ ਅਜੂ ਨਾ ਆਇਓ ਤੇਰੇ ਭਵਨ ਧਨੀ। ਰੱਬ ਵੀ ਨਾ ਸੰਗਤ ਜੀ ਪ੍ਰੀਖਿਆ ਲੈਂਦਾ ਪੂਰੀ ਠੋਕ ਕੇ, ਇੰਨੀ ਛੇਤੀ ਨਹੀਂ ਰੱਬ ਕਾਹਜ ਸਵਾਰਦਾ। 8 ਘੜੀਆਂ ਦਾ ਮੌਕਾ ਦਿੱਤਾ ਸੀ, ਜਿਉਂਦੀ ਕਰਦੇ। 7 ਘੜੀਆਂ ਰੱਬ ਵੀ ਪਰਖ ਕਰਦਾ ਰਿਹਾ, ਕਿਤੇ ਡੋਲਦਾ ਤੇ ਨਹੀਂ, ਕਿਤੇ ਮੇਰੇ ਚਰਨ ਛੱਡ ਕੇ ਹੋਰਾਂ ਦੀ ਤੇ ਨਹੀਂ ਓਟ ਲੈਂਦਾ, ਕਿਤੇ ਡੋਲਦਾ ਤੇ ਨਹੀਂ, ਤੇ ਰਾਜੇ ਦੇ ਪੈਰੀ ਪਾ ਕੇ ਤੇ ਨਹੀਂ ਕਹਿੰਦਾ ਮੈਨੂੰ ਬਖਸ਼ ਦੇ, ਤੂੰ ਜੋ ਕਹੇਗਾ ਉਹ ਕਰਾਂਗਾ। ਮੈਂ ਕਹਿੰਦਾ ਸਾਡੇ ਵਰਗੇ ਹੁੰਦੇ ਤੇ ਇੱਕ ਘੜੀ ਬਾਅਦ ਹੀ ਕਹਿੰਦੇ ਰੱਬ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਕਿਸੇ ਹੋਰ ਮਗਰ ਚੱਲ ਤੁਰ ਪਈਏ, ਕਿਸੇ ਹੋਰ ਗਿਰਦਾ। ਏਦਾਂ ਹੀ ਆ ਸਾਡਾ। ਅਸੀਂ ਇੱਕ ਪੁੱਤ ਬਾਹਰ ਭੇਜਣਾ ਹੁੰਦਾ ਤੇ ਸੁਖਣਾ 100 ਥਾਂ ਸੁਖੀ ਹੁੰਦੀ, ਭਰੋਸਾ ਹੀ ਨਹੀਂ ਹੈਗਾ ਇੱਕ ਤੇ। ਗੁਰੂ ਪਾਤਸ਼ਾਹ ਨੇ ਤੇ ਸੁਖਣਾ ਰੱਖੀ ਨਹੀਂ ਸਾਡੇ ਇੱਧਰ, ਸਾਡੀ ਕੌਮ 'ਚ ਸੁਖਣਾ ਦਾ ਕੋਈ ਮਤਲਬ ਨਹੀਂ, ਪਰ ਅਸੀਂ ਸੁਖਦੇ ਹਾਂ ਕਿਉਂਕਿ ਭਰੋਸਾ ਨਹੀਂ ਨਾ ਹੈਗਾ ਸਾਨੂੰ।
कि इधरों नहीं काम बनना, उधरों बन जे, उधरों ਅਸੀਂ ਬਾਬਿਆਂ ਦੀਆਂ ਟੱਕਰਾਂ ਮਰਾਈ ਜਾਂਦੇ ਇੱਕ ਦੂਜੇ 'ਚ। ਹੁਣ ਗੁਰੂ ਸਾਹਿਬ ਪਿਤਾ ਕੀ ਕਹਿ ਰਹੇ ਆ? ਸੱਚੇ ਪਿਤਾ ਮਹਾਰਾਜ ਬਾਬਾ ਨਾਮਦੇਵ ਜੀ ਨੂੰ ਪਰਖਦੇ ਆ। ਕਹਿੰਦੇ ਜਦੋਂ ਬਾਬਾ ਨਾਮਦੇਵ ਜੀ ਐ ਸਿਰੜ ਰਹਿੰਦੇ, ਬਿਲਕੁਲ ਨਹੀਂ ਡੋਲਦੇ, ਤੇ ਫਿਰ ਅੱਗੇ ਲਿਖਿਆ ਜੀ, ਕਹਿੰਦੇ ਆ ਬਾਬਾ ਨਾਮਦੇਵ ਜੀ ਦੀ ਪੁਕਾਰ, ਬਾਬਾ ਨਾਮਦੇਵ ਜੀ ਦੀ ਜਿਹੜੀ ਸੀ ਰੱਖਿਆ ਕਰਨ ਦੇ ਲਈ ਪਾਖੰਤਨ ਬਾਜ ਬਜਾਇਲਾ। ਪਾਖੰਤਨ ਕਹਿੰਦੇ ਆ ਖੰਭ ਗਰੁੜ ਦੇ, ਕਹਿੰਦੇ ਆਵਾਜ਼ ਆਣੀ ਸ਼ੁਰੂ ਹੋਈ, ਗਰੁੜ ਚਲੇ ਗੋਬਿੰਦ ਆਇਲਾ। ਰੱਬ ਆ ਗਿਆ ਇਸ ਧਰਤੀ ਤੇ। ਰੱਬ ਨੇ ਆ ਕੇ ਬਾਬਾ ਨਾਮਦੇਵ ਜੀ ਨੂੰ ਕਿਹਾ, ਕਹੇ ਤਾਂ ਧਰਤ ਅਕੋਡੀ ਕਰੂੰ। ਬਾਬਾ ਨਾਮਦੇਵ ਜੇ ਤੂੰ ਕਵੇਂ ਧਰਤੀ ਪੁੱਠੀ ਕਰ ਦਿਆਂ, ਕਹੇ ਤਾਂ ਲੇਕਰ ਉੱਪਰ ਧਰੋ। ਜੇ ਤੂੰ ਕਵੇਂ ਅਸਮਾਨ ਨਾਲ ਧਰਤੀ ਜੋੜ ਦਿਆਂ, ਕਹੇ ਤਾਂ ਮੂਈ ਗਊ ਦੇਉ ਜਵਾਏ। ਸਭ ਕੋਈ ਦੇਖਿਆ ਪਤੀ ਆਏ। ਜੇ ਤੂੰ ਕਵੇ ਤੇ ਮਰੀ ਕਿਉਂ ਜਿਉਂਦੀ ਕਰ ਦਿਆਂ। ਬਾਬਾ ਨਾਮਦੇਵ ਨੇ ਤੇ ਕੁਝ ਨਹੀਂ ਕਿਹਾ, ਪਰਮਾਤਮਾ ਨੇ ਮਰੀ ਗਊ ਜਿਉਂਦੀ ਕੀਤੀ। ਕਿਉਂ? ਪਰਮਾਤਮਾ ਆਪਣੇ ਭਗਤਾਂ ਨੂੰ ਦੁੱਖ ਨਹੀਂ ਦੇਖਣ ਦਿੰਦਾ। ਪਰਮਾਤਮਾ ਆਪਣੇ ਭਗਤਾਂ ਦੀ ਲਾਜ ਰੱਖ ਕੇ ਭਗਤਾਂ ਰਾਹੀਂ ਜਿਹੜਾ ਸੰਗਤ ਜੀ ਦੁਨੀਆ ਤੇ ਪ੍ਰਗਟ ਹੁੰਦਾ। ਅਖੀਰ ਤੇ ਜਾ ਕੇ ਨਾ ਬਾਬਾ ਨਾਮਦੇਵ ਕਹਿੰਦੇ, ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾ ਲੈ ਉਤਰਿਆ ਪਾਰ। ਪਰਮਾਤਮਾ ਆਪਣੇ ਭਗਤਾਂ ਦਾ ਭਲਾ ਕਰਦਾ ਹੈ। ਨਾਮੇ ਦੀ ਕੀਰਤੀ ਸਦਾ ਦੀ ਸੰਸਾਰ 'ਚ ਰਹਿ ਗਈ। ਸਗਲ ਕਲੇਸ਼ ਸੱਚ ਏਵੇ ਦੁਨੀਆ ਦੇ ਲੋਗੋ, ਸਗਲ ਕਲੇਸ਼ ਨਿੰਦਕ ਪਏ ਖੇਦ। ਨਾਮੇ ਨਾਰਾਇਣ ਨਾਹੀ ਭੇਦ। ਨਾਮ ਦੇ ਬਾਬੇ 'ਚ ਤੇ ਪਰਮਾਤਮਾ 'ਚ ਕੋਈ ਭੇਦ ਨਹੀਂ। ਆਪਾਂ ਵੀ ਕੇਵਲ ਸਾਖੀ ਸੁਣਨੀ ਨਹੀਂ, ਜੀਵਨ ਉਹ ਬਣਾਈਏ, ਜੀਵਨ ਉਦਾਂ ਦਾ ਕਮਾਈਏ ਕਿ ਵਾਹਿਗੁਰੂ ਜੀ ਹਮੇਸ਼ਾ ਮੇਰੇ ਅੰਗ ਸੰਗ ਨੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਸਤਿਗੁਰੂ ਪਿਤਾ ਦੇ ਚਰਨਾਂ 'ਚ ਅਰਦਾਸ ਕਰੀਏ ਹਮੇਸ਼ਾ।